ਗੁਰ ਦਰਸ਼ਨ ਦੇਖ ਨਿਹਾਲੀ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਟ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸਰਨਾਈ। ਫਿਰਤ ਫਿਰਤ ਪ੍ਰਭ ਆਇਆ। ਭਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ। ਆਪਣੀ ਹੀ ਭਗਤੀ ਲਾਏ। ਕਵਨ ਵਡਾਈ ਕਹਿ ਸਕੂੰ। ਬੇਅੰਤ ਗੁਣੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਕਰ ਕਿਰਪਾ ਮੋਹਿ ਨਾਮ ਦੇਹੋ। ਨਾਨਕ ਦਰ ਸਰੀਤਾ। ਪਰਮ ਸਨਮਾਨ ਸਤਿਕਾਰਯੋਗ ਗੁਰਗੱਦੀ ਤੇ ਸੁਭਾਈਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗਰੀਬ ਨਵਾਜ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਦਾਨ ਉਪਮਾ ਮਹਾਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਚਰਨ ਸ਼ਰਨ ਵਿਖੇ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਰੂਪ ਸਨਮਾਨ ਸਤਿਕਾਰਯੋਗ ਸਾਧ ਸੰਗਤ। ਸਤਿਗੁਰੂ ਜੀ ਦੀਆਂ ਬੇਅੰਤ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਹੋਈਆਂ ਹਨ। ਗੁਰੂ ਦਰਬਾਰ ਵਿਖੇ ਗੁਰਸੰਗਤ ਰੂਪ 'ਚ ਜੁੜ ਮਿਲ ਬੈਠਣ ਦਾ ਇਸ ਭਾਗ ਸਮਾਂ ਮਿਲਿਆ ਹੈ ਔਰ ਇਹਨਾਂ ਘੜੀਆਂ ਨੂੰ ਸਕਾਰਤ ਸਫਲ ਬਣਾਉਂਦੇ ਹੋਏ ਪਾਵਨ ਇਲਾਹੀ ਅੰਮ੍ਰਿਤਮਈ ਤੁਰ ਕੀ ਸਾਚੀ ਬਾਣੀ ਦੇ ਸ਼ਬਦ ਕੀਰਤਨ ਰੋਜ਼ਾਨਾ ਦੀ ਤਰ੍ਹਾਂ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਆਓ ਇਸੇ ਤਰ੍ਹਾਂ ਜੋ ਸਮਾਂ ਮਾਲਕ ਜੀ ਨੇ ਹੋਰ ਬਖਸ਼ਿਸ਼ ਕੀਤਾ ਹੈ ਇਸ ਸਮੇਂ ਨੂੰ ਵੀ ਸਕਾਰਤ ਬਣਾਈਏ। ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਸਭ ਤੋਂ ਪਹਿਲਾਂ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਸਾਹਿਬੇ ਕਮਾਲ ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਅਦਬ ਪਿਆਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਕੇ ਦਰਬਾਰ ਵਿਖੇ ਜੁੜ ਮਿਲ ਬੈਠ ਰੋਜ਼ਾਨਾ ਆਪਾਂ ਭਗਤ ਕਬੀਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਅੰਮ੍ਰਿਤਮਈ ਸ਼ਲੋਕਾਂ ਦੀ ਵਿਚਾਰ ਦੀ ਸਾਂਝ ਪਾਉਂਦੇ ਹਾਂ। ਔਰ ਕਬੀਰ ਸਾਹਿਬ ਇਹਨਾਂ ਸ਼ਲੋਕਾਂ ਰਾਹੀਂ ਸਾਨੂੰ ਜੀਵਨ ਦੀ ਨਿਰਮਲ ਅਗਵਾਈ, ਨਿਰਮਲ ਸੇਧ ਬਖਸ਼ ਰਹੇ ਨੇ। ਕੱਲ੍ਹ 4 ਸ਼ਲੋਕਾਂ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ ਔਰ ਇਹਨਾਂ 4 ਸ਼ਲੋਕਾਂ ਰਾਹੀਂ ਕਬੀਰ ਸਾਹਿਬ ਜੀ ਨੇ ਇਹ ਸਮਝਾਇਆ ਕਿ ਹਉਮੈ, ਹੰਕਾਰ, ਗਰਬ ਨਹੀਂ ਕਰਨਾ ਹੈ, ਕਿਉਂਕਿ ਹੰਕਾਰ ਖੁਆਰੀ ਦਾ ਕਾਰਨ ਬਣਦਾ ਹੈ। ਹੰਕਾਰੀ ਬੰਦਾ ਨਾ ਆਪ ਸੁਖੀ ਹੈ, ਨਾ ਕਿਸੇ ਦੂਜੇ ਨੂੰ ਸੁੱਖ ਦੇ ਸਕਦਾ ਹੈ ਔਰ ਨਾ ਕਿਸੇ ਸੁਖੀ ਨੂੰ ਵੇਖ ਕੇ ਜਰ ਸਕਦਾ। ਸੁੱਖ ਬਰਦਾਸ਼ਤ ਵੀ ਉਹ ਨਹੀਂ ਕਰ ਸਕਦਾ ਹੈ ਜਿਹਦੇ ਅੰਦਰ ਹਉਮੈ ਹੈ, ਹੰਕਾਰ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਔਰ ਗੁਰੂ ਸਾਹਿਬ ਨੇ ਬਾਣੀ 'ਚ ਵੇਖੋ ਇਹ ਵੀ ਸਮਝਾਇਆ ਹੈ ਕਿ ਜਿਹੜਾ ਤੇ ਨਿਮਰਤਾ, ਹਲੀਮੀ, ਭਗਤੀ ਦਾ ਧਾਰਨੀ ਹੈ, ਉਹਦੇ ਵੱਲ ਮਾਲਕ ਦਾ ਮੁੱਖ ਹੈ। ਤੇ ਜਿਹਦੇ ਜੀਵਨ 'ਚ ਹਉਮੈ ਹੈ, ਹੰਕਾਰ ਹੈ, ਮੈਂ ਮੇਰੀ ਵਾਲੀ ਈਗੋ ਵਾਲੀ ਬਿਰਤੀ ਹੈ, ਉਹਦੇ ਵੱਲ ਮਾਲਕ ਦੀ ਪਿੱਠ ਹੈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇਸ ਬਚਨ ਅੰਦਰ ਮਹਾਰਾਜ ਨੇ ਕਿਹਾ ਹੰਕਾਰੀਆਂ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਨਾਮਦੇਵ ਕੌਣ ਸਨ? ਬਹੁਤ ਨਿਮਾਣੇ, ਨਿਤਾਣੇ, ਗਰੀਬ, ਪਰਮਾਤਮਾ ਦੀ ਭਗਤੀ 'ਚ ਜੁੜੇ ਹੋਏ ਪਰਮਾਤਮਾ ਦੇ ਭਗਤ। ਤੇ ਹੰਕਾਰੀ ਨਿੰਦਕ ਕੌਣ ਸਨ? ਜਿਨ੍ਹਾਂ ਨੂੰ ਆਪਣੀ ਜਾਤ ਦਾ ਹੰਕਾਰ, ਆਪਣੇ ਧਨ ਦਾ ਹੰਕਾਰ, ਆਪਣੀ ਵਿਦਿਆ ਤੇ ਗਿਆਨ ਦਾ ਹੰਕਾਰ ਸੀ। ਉਹਨਾਂ ਦੇ ਕੋਲ ਵੇਖੋ ਧਨ ਵੀ ਹੈ, ਜਿਹੜੀ ਬਰੀਕੀ ਸਮਝਣ ਵਾਲੀ ਹੈ ਕਿ ਰੱਬ ਦੀ ਕਿੱਧਰ ਪਿੱਠ ਹੈ, ਕਿੱਧਰ ਪਰਮਾਤਮਾ ਵਾਹਿਗੁਰੂ ਦਾ ਮੁੱਖ ਹੈ। ਹੁਣ ਅਸੀਂ ਆਪਣੇ ਵੱਲ ਪਰਮਾਤਮਾ ਦਾ ਮੁੱਖ ਕਰਵਾਉਣਾ ਚਾਹੁੰਦੇ ਹਾਂ ਕਿ ਪਿੱਠ। ਗੱਲ ਇਹ ਨਹੀਂ ਹੈ ਕਿ ਅਸੀਂ ਗੁਰੂ ਦੇ ਸਨਮੁਖ ਖਲੋਤੇ ਹਾਂ। ਗੱਲ ਇਹ ਹੈ ਕਿ ਗੁਰੂ ਦਾ ਵੀ ਸਾਡੇ ਵੱਲ ਮੁੱਖ ਹੈ ਕਿ ਨਹੀਂ ਹੈ। ਮਹਾਰਾਜ ਕਹਿੰਦੇ ਇੱਕ ਉਹ ਨੇ ਜਿਨ੍ਹਾਂ ਕੋਲ ਧਨ ਵੀ ਹੈ, ਜਿਨ੍ਹਾਂ ਕੋਲ ਉੱਚੀ ਜਾਤ ਵੀ ਹੈ, ਜਿਨ੍ਹਾਂ ਕੋਲ ਵਿਦਿਆ ਵੀ ਹੈ, ਪਰ ਹੰਕਾਰ ਹੈ। ਉਹਨਾਂ ਵੱਲ ਮਾਲਕ ਦਾ ਮੁੱਖ ਨਹੀਂ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਨਾਂ ਵੱਲ ਮਾਲਕ ਨੇ ਪਿੱਠ ਕੀਤੀ। ਤੇ ਜਿਹੜਾ ਬਿਲਕੁਲ ਨਿਮਾਣਾ ਸੀ, ਨਿਤਾਣਾ ਸੀ, ਉਹ ਨਾਮਦੇਵ, ਉਹਨੂੰ ਮਾਲਕ ਨੇ ਆਪਣੇ ਗਲੇ ਦੇ ਨਾਲ ਲਾਇਆ ਹੈ, ਸੀਨੇ ਦੇ ਨਾਲ ਲਾਇਆ ਹੈ। ਇਸ ਕਰਕੇ ਗੁਰਮਤਿ ਨੇ, ਗੁਰਬਾਣੀ ਨੇ ਸਾਨੂੰ ਨਿਚੋੜ ਕੱਢ ਕੇ ਇਹ ਦੱਸਿਆ ਕਿ ਜੇ ਸੁੱਖ ਚਾਹੁੰਦੇ ਹਾਂ ਫਿਰ ਨਿਮਰਤਾ ਹਿਰਦੇ 'ਚ ਵਸਾਓ, ਜੀਵਨ 'ਚ ਧਾਰੋ। ਤੇ ਜੇ ਨਿਮਰਤਾ ਨਾ ਧਾਰੀ ਤੇ ਫਿਰ ਦੁੱਖ ਜ਼ਰੂਰ ਜੀਵਨ 'ਚ ਆਉਣਗੇ। ਤੇ ਦੁੱਖ ਦਾ ਕਸੂਰਵਾਰ ਕੋਈ ਦੂਜਾ ਨਹੀਂ ਹੈ, ਸਾਡੇ ਆਪਣੇ ਅੰਦਰ ਦੀ ਹਉਮੈ ਹੈ, ਹੰਕਾਰ ਹੈ। ਕਬੀਰ ਜੀ ਨੇ 4 ਸ਼ਲੋਕਾਂ ਰਾਹੀਂ ਵਾਰ-ਵਾਰ ਇਹ ਵਿਚਾਰ ਸਾਨੂੰ ਦ੍ਰਿੜ ਕਰਵਾਈ। ਕਬੀਰ ਗਰਬ ਨਾ ਕੀਜੀਐ, ਕਬੀਰ ਗਰਬ ਨਾ ਕੀਜੀਐ। ਸੋ ਇਸ ਤੋਂ ਅੱਗੇ ਅੱਜ 41 ਨੰਬਰ ਸ਼ਲੋਕ 'ਚ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ,
ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਇਹ ਵੇਖੋ ਗੁਰਬਾਣੀ 'ਚ ਵੀ ਆਪਾਂ ਬਾਕੀ ਗੁਰੂ ਸਾਹਿਬਾਨਾਂ ਦੇ ਬਚਨ ਵੀ ਪੜ੍ਹੀਏ ਜਾਂ ਗੁਰੂ ਸਾਹਿਬਾਨਾਂ ਦਾ ਜੀਵਨ ਵੀ ਵੇਖੀਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਰ ਤਰ੍ਹਾਂ ਦੇ ਸੁਭਾਅ ਵਾਲੇ ਲੋਕ ਮਿਲਦੇ ਰਹੇ ਨੇ, ਚੰਗੇ ਸੁਭਾਅ ਵਾਲੇ ਵੀ, ਮਾੜੇ ਸੁਭਾਅ ਵਾਲੇ ਵੀ। ਹਰ ਕਿੱਤੇ ਦੇ ਨਾਲ ਸੰਬੰਧਿਤ ਲੋਕਾਂ ਦਾ ਵਾਹ ਵਾਸਤਾ ਗੁਰੂ ਸਾਹਿਬ ਦੇ ਨਾਲ ਪਿਆ ਹੈ, ਔਰ ਗੁਰੂ ਕੀ ਸਿੱਖੀ ਹਰ ਕਿੱਤੇ ਦੇ ਨਾਲ ਸੰਬੰਧਿਤ ਲੋਕਾਂ ਨੇ ਗ੍ਰਹਿਣ ਕੀਤੀ ਆ, ਧਾਰਨ ਕੀਤੀ ਆ। ਉਹ ਭਾਵੇਂ ਖੇਤੀ ਕਰਨ ਵਾਲੇ ਜ਼ਿਮੀਂਦਾਰ ਸਨ, ਉਹ ਭਾਵੇਂ ਵਪਾਰ ਕਰਨ ਵਾਲੇ ਵਪਾਰੀ ਲੋਕ ਸਨ, ਉਹ ਭਾਵੇਂ ਨੌਕਰੀ ਪੇਸ਼ਾ ਕਰਨ ਵਾਲੇ ਲੋਕ ਸਨ। ਹਰ ਇੱਕ ਨੇ ਗੁਰੂ ਕੀ ਸਿੱਖੀ ਨੂੰ ਗ੍ਰਹਿਣ ਕੀਤਾ। ਹੁਣ ਜਿਹੜੇ ਚੰਗਿਆਈ ਦੇ ਸੁਭਾਅ ਵਾਲੇ, ਮਾਰਗ 'ਤੇ ਚੱਲਣ ਵਾਲੇ, ਉਹ ਤਾਂ ਗੁਰੂ ਕੇ ਸੰਪਰਕ ਦੇ ਵਿੱਚ ਆਏ ਹੀ ਆਏ ਨੇ। ਜਿਨ੍ਹਾਂ ਦਾ ਜੀਵਨ ਦਿਨ ਰਾਤ ਪਾਪਾਂ 'ਚ, ਵਿਕਾਰਾਂ 'ਚ, ਬੁਰਾਈਆਂ 'ਚ, ਬਦ ਫੈਲੀਆਂ 'ਚ, ਚੋਰੀਆਂ 'ਚ, ਹੇਰਾ ਫੇਰੀਆਂ, ਠੱਗੀਆਂ ਫਰੇਬੀਆਂ ਦੇ ਵਿੱਚ ਫਸਿਆ ਹੋਇਆ ਸੀ, ਗੁਰੂ ਉਹਨਾਂ ਦੇ ਕੋਲ ਵੀ ਗਏ ਜਾਂ ਉਹ ਲੋਕ ਵੀ ਗੁਰੂ ਕੋਲ ਆਏ ਨੇ। ਹੁਣ ਗੁਰੂ ਮਹਾਰਾਜ ਜੀ ਦਾ ਇੱਕ ਸਮਝਾਉਣ ਦਾ ਤਰੀਕਾ ਹੈ। ਜਿਵੇਂ ਇੱਕ ਜ਼ਿਮੀਂਦਾਰ ਨੂੰ ਗੁਰੂ ਕਹਿੰਦੇ ਤੂੰ ਰੱਬ ਦੀ ਬੰਦਗੀ ਕਰਿਆ ਕਰ, ਉਹ ਅੱਗੋਂ ਕਹਿੰਦਾ ਮਹਾਰਾਜ ਵੇਖੋ ਮੇਰਾ ਤੇ ਖੇਤੀ ਦਾ ਕੰਮ ਹੀ ਇੰਨਾ, ਮੈਂ ਹੁਣ ਖੇਤੀ ਕਰਾਂ ਕਿ ਰੱਬ ਦੀ ਬੰਦਗੀ ਕਰਾਂ? ਕੰਮ ਤਾਂ ਇੱਕੋ ਹੀ ਹੋ ਸਕਦਾ ਹੈ। ਤੇ ਗੁਰੂ ਬਾਬਾ ਜੀ ਕਹਿਣ ਲੱਗੇ ਤੂੰ ਖੇਤੀ ਵੀ ਕਰ, ਤੂੰ ਭਗਤੀ ਵੀ ਕਰ, ਤੇਰੀ ਕਿਰਤ ਕੀਰਤੀ ਬਣ ਜਾਏ। ਤੂੰ ਖੇਤੀ ਕਰਦਿਆਂ, ਕਿਰਤ ਕਰਦਿਆਂ ਰੱਬ ਦੀ ਕੀਰਤੀ ਦੇ ਵਿੱਚ ਜੁੜ ਜਾਵੇਂ, ਤੂੰ ਐਸੇ ਤਰੀਕੇ ਦੇ ਨਾਲ ਕਿਰਤ ਕਰ। ਉਹ ਕਹਿਣ ਲੱਗਾ ਮਹਾਰਾਜ ਇਹ ਕਿਹੜਾ ਤਰੀਕਾ ਹੈ ਜੀ, ਕਿਰਤ ਕਰਦਿਆਂ ਕੀਰਤੀ ਕਰਨ ਵਾਲਾ? ਮਹਾਰਾਜ ਕਹਿਣ ਲੱਗੇ ਜ਼ਿਮੀਂਦਾਰ ਨੂੰ ਤੂੰ ਹੁਣ ਫਸਲ ਬੀਜਦਾ ਹੈ, ਉਹਨੂੰ ਸੰਭਾਲਦਾ ਹੈ, ਕਮਾਉਂਦਾ ਹੈ, ਉਹਦੇ ਕੋਲ ਮੁਨਾਫਾ ਖੱਟਦਾ ਹੈ। ਸਭ ਤੋਂ ਪਹਿਲੇ ਨੰਬਰ 'ਤੇ ਖੇਤੀ ਕਰਨ ਦੇ ਲਈ ਕਿਸ ਚੀਜ਼ ਦੀ ਜ਼ਰੂਰਤ ਹੈ? ਜ਼ਿਮੀਂਦਾਰ ਅੱਗੋਂ ਕਹਿੰਦਾ ਜੀ ਜ਼ਮੀਨ ਦੀ ਜ਼ਰੂਰਤ ਹੈ, ਬਾਕੀ ਗੱਲਾਂ ਤੇ ਬਾਅਦ ਦੀਆਂ ਹਨ। ਜੇ ਜ਼ਮੀਨ ਹੀ ਨਹੀਂ ਹੈ ਤੇ ਫਿਰ ਬੰਦਾ ਜ਼ਿਮੀਂਦਾਰ ਹੈ ਹੀ ਉਹ ਜਿਹਦੇ ਕੋਲ ਜ਼ਮੀਨ ਹੈ। ਇਹ ਜਿਹੜੇ ਨਾਂ ਸਨ ਅਸਲ ਦੇ ਵਿੱਚ ਕਿੱਤਿਆਂ ਦੇ ਨਾਲ ਜੁੜੇ ਹੋਏ ਨਾਂ ਸਨ, ਜਿਨ੍ਹਾਂ ਨੂੰ ਬਾਅਦ 'ਚ ਆਪਾਂ ਜਾਤੀਆਂ ਦੇ ਨਾਲ ਜੋੜ ਦਿੱਤਾ। ਜਿਹੜਾ ਜ਼ਮੀਨ ਦਾ ਮਾਲਕ ਹੈ ਉਹ ਹੈ ਜ਼ਿਮੀਂਦਾਰ, ਖੇਤੀ ਕਰਨ ਵਾਲਾ। ਮਹਾਰਾਜ ਕਹਿਣ ਲੱਗੇ ਸਭ ਤੋਂ ਪਹਿਲੇ ਨੰਬਰ 'ਤੇ ਕੀ ਲੋੜ ਹੈ ਖੇਤੀ ਕਰਨ ਦੇ ਲਈ? ਕਹਿਣ ਲੱਗਾ ਜੀ ਜ਼ਮੀਨ ਦੀ ਜ਼ਰੂਰਤ ਹੈ। ਫਿਰ ਖੇਤੀ ਕਰਨ ਵਾਲੇ ਦੀ ਜ਼ਰੂਰਤ ਹੈ। ਉਦੋਂ ਬਾਅਦ ਖੇਤ ਨੂੰ ਵਾਹੁਣਾ ਪੈਂਦਾ ਹੈ, ਉਹਦੇ 'ਤੇ ਬੀਜ ਬੀਜਣਾ ਪੈਂਦਾ, ਸੁਹਾਗਾ ਫੇਰਨਾ ਪੈਂਦਾ, ਪਾਣੀ ਲਾਉਣਾ ਪੈਂਦਾ ਹੈ। ਫਿਰ ਫਸਲ ਦੀ ਰਾਖੀ ਕਰਨ ਦੇ ਲਈ ਵਾੜ ਬੰਨ੍ਹਣੀ ਪੈਂਦੀ, ਇੱਦਾਂ ਦਾ ਕੁਝ ਪ੍ਰਬੰਧ ਕਰਨਾ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਮਨ ਨੂੰ ਹਾਲੀ ਬਣਾ, ਜ਼ਿਮੀਂਦਾਰ ਬਣਾ। ਮਨ ਹਾਲੀ ਕਿਰਸਾਣੀ ਕਰਨੀ, ਆਪਣੀ ਚੰਗੀ ਕਰਨੀ ਨੂੰ ਕਿਰਸਾਣੀ ਬਣਾ। ਸ਼ਰਮ ਪਾਣੀ ਤਨ ਖੇਤ, ਉਦਮ ਨੂੰ ਪਾਣੀ ਜਿਵੇਂ ਫਸਲ ਦੇ ਵਿੱਚ ਲਾਉਣਾ ਹੈ। ਮਹਾਰਾਜ ਕਹਿਣ ਲੱਗੇ ਉਦਮੀ ਸੁਭਾਅ ਨੂੰ ਪਾਣੀ ਬਣਾ ਔਰ ਆਪਣੇ ਤਨ ਨੂੰ ਖੇਤ ਬਣਾ ਲੈ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ, ਜਿਵੇਂ ਜ਼ਮੀਨ 'ਚ ਤੂੰ ਫਸਲ ਬੀਜਦਾ ਹੈ, ਇੱਦਾਂ ਇਹ ਕਾਇਆ ਰੂਪੀ ਖੇਤੀ ਅੰਦਰ ਨਾਮ ਬੀਜ, ਨਾਮ ਦਾ ਬੀਜ ਬੀਜ। ਸੰਤੋਖ ਸੁਹਾਗਾ, ਉਹਦੇ 'ਤੇ ਸੰਤੋਖ ਦਾ ਸੁਹਾਗਾ ਫੇਰ। ਰੱਖ ਗਰੀਬੀ ਵੇਸ, ਰੱਖ ਗਰੀਬੀ ਵੇਸ ਦਾ ਭਾਵ ਜਿਵੇਂ ਤੂੰ ਆਪਣੀ ਫਸਲ ਦੀ ਰਾਖੀ ਦੇ ਲਈ ਪ੍ਰਬੰਧ ਕਰਦਾ, ਕੋਈ ਵਾੜ ਲਗਾਉਂਦਾ, ਕੋਈ ਡਰਨਾ ਖੇਤ ਦੇ ਵਿੱਚ ਬਣਾਉਂਦਾ। ਮਹਾਰਾਜ ਕਹਿੰਦੇ ਗਰੀਬੀ ਨੂੰ ਆਪਣੇ ਆਤਮਿਕ ਜੀਵਨ ਦੀ ਪੂੰਜੀ ਨੂੰ ਬਚਾਉਣ ਦੇ ਲਈ ਰਖਵਾਲਾ ਬਣਾ ਲੈ, ਨਿਮਰਤਾ ਧਾਰਨ ਕਰ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜੰਮਸੀ। ਜਦੋਂ ਤੇਰੇ ਕਰਮ ਪਿਆਰ ਵਾਲੇ ਕਰਮ ਹੋਣਗੇ, ਫਿਰ ਵੇਖੀ ਤੇਰੇ ਅੰਦਰ ਦੀ ਇਹ ਅਧਿਆਤਮਕ ਖੇਤੀ ਫਸਲ ਬੀਜ ਕਿੱਦਾਂ ਉੱਗਦਾ ਹੈ। ਫਿਰ ਉੱਗੇਗਾ ਹੀ ਨਹੀਂ, ਫੜੇਗਾ ਵੀ
ਤੇ ਕੇਵਲ ਫੜੇਗਾ ਹੀ ਨਹੀਂ, ਇੰਨਾ ਫੜੇਗਾ ਕਿ ਤੈਨੂੰ ਨਿਹਾਲ ਕਰ ਦੇਵੇਗਾ। ਭਾਉ ਕਰਮ ਕਰ ਜੰਮ ਸੀ, ਸੇ ਘਰ ਭਾਗਠ ਦੇਖ। ਇਹ ਕਹਿਣ ਦਾ ਭਾਵ ਕਿ ਗੁਰੂ ਸਾਹਿਬ ਐਸੇ ਤਰੀਕੇ ਦੇ ਨਾਲ ਉਪਦੇਸ਼ ਦਿੰਦੇ ਨੇ ਕਿ ਜ਼ਿਮੀਦਾਰ ਜ਼ਿਮੀਦਾਰੀ ਵੀ ਕਰਦਾ ਰਹੇ ਤੇ ਨਾਲ ਦੀ ਨਾਲ ਪਰਮਾਤਮਾ ਦੀ ਭਗਤੀ 'ਚ ਵੀ ਜੁੜ ਜਾਏ। ਇਸੇ ਤਰ੍ਹਾਂ ਦਾ ਗੁਰੂ ਨੇ ਵਪਾਰੀ ਨੂੰ ਵੀ ਉਪਦੇਸ਼ ਦਿੱਤਾ, ਨੌਕਰੀ ਪੇਸ਼ੇ ਵਾਲੇ ਨੂੰ ਵੀ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਕਿੱਦਾਂ ਨੌਕਰੀ ਕਰਦਿਆਂ ਕਰਦਿਆਂ ਪਰਮਾਤਮਾ ਦੀ ਕੀਰਤੀ ਹੋ ਸਕਦੀ ਹੈ। ਜਿਵੇਂ ਆਪਾਂ ਕਬੀਰ ਸਾਹਿਬ ਦੇ ਸਲੋਕਾਂ 'ਚੋਂ ਹੀ ਬਚਨ ਪੜ੍ਹਦੇ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਦਾਸੀਆਂ 'ਤੇ ਗਏ, ਮਹਾਰਾਜ ਨੂੰ ਭੂਮੀਆ ਚੋਰ ਮਿਲਿਆ। ਸਤਿਗੁਰਾਂ ਨੇ ਵੇਖਿਆ ਕਿ ਚੋਰੀ ਕਰਦਾ ਹੈ। ਮਹਾਰਾਜ ਕਹਿਣ ਲੱਗੇ, ਵੇਖ ਚੋਰੀ ਕਰਨਾ ਠੀਕ ਨਹੀਂ ਹੈ, ਤੂੰ ਚੋਰੀ ਕਰਨ ਚਲਾ ਗਿਆ ਕਿਸੇ ਦੇ ਘਰ, ਤੂੰ ਤਾਂ ਉਹਦੇ ਘਰੋਂ ਧਨ ਚੋਰੀ ਕੀਤਾ ਤੇ ਲਿਆਂਦਾ ਆਪਣੇ ਘਰ ਤੇ ਖਰਚ ਵਰਚ ਲਿਆ। ਪਰ ਹੋ ਸਕਦਾ ਉਹ ਜਿਹੜਾ ਧਨ ਕਿਸੇ ਦੇ ਘਰ ਹੈ, ਕਿਸੇ ਗਰੀਬ ਨੇ ਕਿਰਤ ਕਰ ਕਰਕੇ ਮਸਾਂ ਧਨ ਜੋੜਿਆ ਹੋਵੇ, ਕੋਈ ਆਪਣੀ ਧੀ ਬੱਚੀ ਦਾ ਵਿਆਹ ਕਰਨਾ ਹੋਵੇ, ਤੂੰ ਤਾਂ ਪੈਸੇ ਲੁੱਟ ਕੇ ਲੈ ਆਂਦੇ ਆਪਣੇ ਘਰ, ਉਹਦਾ ਕੀ ਬਣੇਗਾ? ਹੋ ਸਕਦਾ ਕਿਸੇ ਬਿਮਾਰ ਨੇ ਉਹਨਾਂ ਪੈਸਿਆਂ ਦੇ ਨਾਲ ਆਪਣੇ ਪਰਿਵਾਰ ਦੇ ਕਿਸੇ ਜੀਅ ਦਾ ਇਲਾਜ ਕਰਵਾਉਣਾ ਹੋਏ, ਤੂੰ ਤਾਂ ਪੈਸੇ ਲੁੱਟ ਕੇ ਲੈ ਆਂਦੇ, ਉਹਦਾ ਕੀ ਬਣੇਗਾ? ਆਪ ਸੋਚ। ਤੇਰੇ ਵੱਲੋਂ ਕੀਤੀ ਹੋਈ ਚੋਰੀ ਦਾ ਉਸ ਪਰਿਵਾਰ 'ਤੇ ਕੀ ਅਸਰ ਪੈਂਦਾ? ਹੋ ਸਕਦਾ ਉਹਨਾਂ ਦੇ ਕੋਲ ਰੋਜੀ ਰੋਟੀ ਦਾ ਪ੍ਰਬੰਧ ਹੀ ਕੋਈ ਨਾ ਹੋਵੇ, ਜੋ ਹੈ ਸੀ ਤੂੰ ਲੁੱਟ ਕੇ ਲੈ ਆਂਦਾ, ਉਹ ਤਾਂ ਪਿੱਛੇ ਰੁਲ ਗਏ। ਮਹਾਰਾਜ ਕਹਿਣ ਲੱਗੇ, ਤੇਰੀ ਚੋਰੀ ਦਾ ਪ੍ਰਭਾਵ ਅਸਰ ਬੜਾ ਗਹਿਰਾ ਦੂਜੇ ਘਰ 'ਤੇ ਪੈਂਦਾ ਜਿੱਥੋਂ ਤੂੰ ਲੁੱਟਾਂ ਖੂਹਾਂ ਕਰਦਾ ਹੈ। ਇਸ ਕਰਕੇ ਭੂਮੀਏ, ਇਹ ਕੰਮ ਚੰਗਾ ਨਹੀਂ ਹੈ, ਇਹ ਕੰਮ ਛੱਡ ਦੇ, ਕੰਮ ਛੱਡ ਦੇ। ਇਹ ਕਹਿਣ ਲੱਗਾ, ਮਹਾਰਾਜ ਛੱਡ ਤਾਂ ਮੈਂ ਦੇਵਾਂ, ਪਰ ਕੀ ਕਰਾਂ, ਮੇਰਾ ਸੁਭਾਅ ਬਣ ਗਿਆ ਹੈ, ਆਦਤ ਬਣ ਗਈ ਹੈ। ਤੇ ਵੇਖੋ ਕਈ ਵਾਰ ਬੰਦਾ, ਆਦਤ ਬਹੁਤ ਔਖਾ ਹੈ ਆਦਤਾਂ ਨੂੰ ਬਦਲਣਾ, ਵਿਗੜੀਆਂ ਤਿਗੜੀਆਂ ਆਦਤਾਂ ਨੂੰ ਸੁਧਾਰਨਾ ਬੜਾ ਔਖਾ ਹੈ। ਤੇ ਸੁਭਾਵਕ ਵੀ ਸਾਡਾ ਸੁਭਾਅ, ਸਾਡੀ ਆਦਤ ਕੋਈ ਚੀਜ਼ ਬਣ ਜਾਏ ਤੇ ਉਸ ਆਦਤ ਨੂੰ ਬਦਲਣਾ ਬੜਾ ਔਖਾ ਹੁੰਦਾ ਹੈ, ਬੜਾ ਔਖਾ। ਮਹਾਰਾਜ ਕਹਿਣ ਲੱਗੇ, ਤੂੰ ਚੋਰੀ ਕਰਨੀ ਛੱਡ ਦੇ। ਕਹਿਣ ਲੱਗਾ, ਮਹਾਰਾਜ ਇਹ ਤੇ ਸੁਭਾਅ ਬਣ ਗਿਆ ਹੈ, ਮੈਂ ਕਿੱਦਾਂ ਛੱਡਾਂ? ਤੇ ਜਦੋਂ ਕਿਸੇ ਚੀਜ਼ ਦਾ ਸੁਭਾਅ ਬੰਦੇ ਦਾ ਕੋਈ ਕਰਮ ਬਣ ਜਾਏ, ਫਿਰ ਬੰਦਾ ਉਹ ਕਰਮ ਕਰਦਾ ਹੀ ਕਰਦਾ ਹੈ, ਵੇਂਦਾ ਨਹੀਂ ਹੈ ਕਿ ਇਹ ਕੰਮ ਇਸ ਜਗ੍ਹਾ ਕਰਨ ਵਾਲਾ ਕਿ ਨਹੀਂ ਕਰਨ ਵਾਲਾ। ਕਈ ਵਾਰ ਕਿਸੇ ਦੀ ਜ਼ੁਬਾਨ 'ਤੇ ਕੋਈ ਬੋਲ ਚੜ੍ਹ ਜਾਂਦਾ ਹੈ, ਕੋਈ ਗੰਦੀ ਕੁਲਚੰਦੀ ਗਾਲ ਕਿਸੇ ਦੀ ਜ਼ੁਬਾਨ 'ਤੇ ਚੜ੍ਹ ਗਈ, ਜਦੋਂ ਬੰਦਾ ਬੋਲਦਾ ਹੈ ਉਹ ਗਾਲ ਨਾਲ ਕੱਢਦਾ ਹੀ ਕੱਢਦਾ, ਫਿਰ ਵੇਂਦਾ ਨਹੀਂ ਹੈ ਮੈਂ ਕਿੱਥੇ ਬੈਠਾ, ਬੋਲੇਗਾ ਤੇ ਨਾਲ ਦੋ ਚਾਰ ਗਾਲਾਂ ਕੱਢ ਹੀ ਦੇਗਾ। ਕਾਰਨ ਕੀ ਹੈ? ਉਹ ਆਦਤ ਬਣ ਗਈ ਹੈ, ਆਦਤ ਬਣ ਗਈ। ਗੁਰੂ ਮਹਾਰਾਜ ਕਹਿਣ ਲੱਗੇ, ਭੂਮੀਏ ਇਹ ਕੰਮ ਗਲਤ, ਛੱਡ। ਕਹਿਣ ਲੱਗਾ, ਮਹਾਰਾਜ ਆਦਤ ਬਣ ਗਈ ਹੈ, ਨਹੀਂ ਛੱਡੀ ਜਾ ਸਕਦੀ। ਮਹਾਰਾਜ ਕਹਿਣ ਲੱਗੇ, ਫਿਰ ਸਾਡੇ 3 ਬਚਨ ਕਮਾਈ ਜ਼ਿੰਦਗੀ 'ਚ। ਪਹਿਲੇ ਨੰਬਰ 'ਤੇ ਕਿਸੇ ਗਰੀਬ ਦੇ ਘਰ ਚੋਰੀ ਨਾ ਕਰੀ, ਕਿਉਂਕਿ ਉਹ ਤੇ ਵਿਚਾਰਾ ਆਪ ਮਸਾਂ ਕਮਾ ਕੇ ਲਿਆਉਂਦਾ ਪਰਿਵਾਰ ਨੂੰ ਪਾਲਣ ਦੇ ਲਈ। ਜੇ ਤੂੰ ਉਹਦੇ ਘਰੋਂ ਚੋਰੀ ਕਰ ਲਈ ਤੇ ਉਹਦਾ ਪਿੱਛੇ ਕੀ ਬਣੇ? ਗਰੀਬ ਘਰੋਂ ਚੋਰੀ ਨਹੀਂ ਕਰਨੀ, ਗਰੀਬ ਮਾਰ ਨਹੀਂ ਕਰਨੀ ਹੈ, ਨਹੀਂ ਹੋਣ ਦੇਣੀ। ਦੂਜੇ ਨੰਬਰ 'ਤੇ ਮਹਾਰਾਜ ਕਹਿਣ ਲੱਗੇ, ਝੂਠ ਨਹੀਂ ਬੋਲਣਾ ਹੈ। ਔਰ ਤੀਜੇ ਨੰਬਰ 'ਤੇ ਜਿਹਦੇ ਘਰੋਂ ਨਮਕ ਖਾਦਾ ਉਹਦੇ ਘਰ ਚੋਰੀ ਨਹੀਂ ਕਰਨੀ ਹੈ। ਜਿਹਦੇ ਘਰੋਂ ਨਮਕ ਖਾਦਾ ਉੱਥੇ ਚੋਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਗਰੀਬ ਮਾਰ ਨਹੀਂ ਕਰਨੀ ਹੈ, ਕਿਸੇ ਗਰੀਬ ਘਰੋਂ ਚੋਰੀ ਨਹੀਂ ਕਰਨੀ ਹੈ। ਕਹਿਣ ਲੱਗਾ ਮਹਾਰਾਜ ਸੱਤ। ਚਲਾ ਗਿਆ ਰਾਜੇ ਦੇ ਘਰ ਚੋਰੀ ਕਰਨ। ਜਿਹੜਾ ਦਰਵਾਜ਼ੇ 'ਤੇ ਪਹਿਰੇਦਾਰ ਸੀ ਉਹਨੂੰ ਕਹਿ ਦਿੱਤਾ, ਮੈਂ ਚੋਰੀ ਕਰਨ ਚੱਲਿਆ, ਕਿਉਂਕਿ ਗੁਰੂ ਨੇ ਕਿਹਾ ਸੀ ਝੂਠ ਨਹੀਂ ਬੋਲਣਾ, ਕਿਸੇ ਗਰੀਬ ਘਰ ਚੋਰੀ ਨਹੀਂ ਕਰਨੀ। ਤੇ ਰਾਜੇ ਦੇ ਘਰ ਚਲਾ ਗਿਆ ਚੋਰੀ ਕਰਨ। ਪਹਿਰੇਦਾਰ ਨੇ ਪੁੱਛਿਆ, ਕਹਿਣ ਲੱਗਾ ਚੋਰੀ ਕਰਨ ਆਇਆ ਹਾਂ। ਉਹਨੇ ਪਹਿਰੇਦਾਰ ਨੇ ਸੋਚਿਆ ਹੁਣ ਕੋਈ ਚੋਰ ਥੋੜ੍ਹਾ ਕਹਿੰਦਾ ਮੈਂ ਚੋਰੀ ਕਰਨ ਆਇਆ, ਹੋ ਸਕਦਾ ਕੋਈ ਰਾਜੇ ਦਾ ਰਿਸ਼ਤੇਦਾਰ ਹੋਏ, ਉਹਨੇ ਜਾਣ ਦਿੱਤਾ। ਇਹਨੇ ਅੱਗੇ ਜਾ ਕੇ ਚੋਰੀ ਦਾ ਸਮਾਨ ਜੋ ਜੇ ਇਹਨੂੰ ਮੌਕੇ 'ਤੇ ਮਿਲਿਆ ਉਹ ਇਕੱਠਾ ਕੀਤਾ, ਪੰਡ ਬੰਨ੍ਹ ਲਈ।
ਤੇ ਜਦੋਂ ਉਹ ਸਮਾਨ ਚੁੱਕ ਕੇ ਬਾਹਰ ਨਿਕਲਣ ਲੱਗਾ ਸੀ, ਕੁਝ ਉੱਥੇ ओखली 'ਚ ਕੁਝ ਪਦਾਰਥ ਪਿਆ, ਇਹਨੇ ਚੁੱਕ ਕੇ ਮੂੰਹ ਨੂੰ ਲਾਇਆ, ਉਹ ਪਦਾਰਥ 'ਚ ਨਮਕ ਸੀ। ਇੱਕਦਮ ਗੁਰੂ ਸਾਹਿਬ ਦਾ ਉਹ ਬਚਨ ਚੇਤੇ ਆ ਗਿਆ, ਲੂਣ ਖਾ ਕੇ ਹਰਾਮ ਨਹੀਂ ਕਰਨਾ, ਚੋਰੀ ਨਹੀਂ ਕਰਨੀ, ਜਿਹਦੇ ਘਰ ਦਾ ਲੂਣ ਖਾਧਾ। ਸਾਰਾ ਕੁਝ ਛੱਡ ਕੇ ਚਲਾ ਗਿਆ। ਹੁਣ ਰਾਜੇ ਨੇ ਸਵੇਰੇ ਵੇਖਿਆ, ਪਤਾ ਲੱਗਿਆ ਜੀ ਚੋਰ ਆਇਆ ਸੀ, ਪਰ ਚੋਰੀ ਦਾ ਸਮਾਨ ਵੀ ਉਹਨੇ ਬੰਨ ਲਿਆ, ਪਰ ਲੈ ਕੇ ਕੁਝ ਨਹੀਂ ਗਿਆ। ਜਿਨ੍ਹਾਂ ਤੇ ਰਾਜੇ ਨੂੰ ਸ਼ੱਕ ਸੀ ਜਾਂ ਕੁਤਵਾਲਾਂ ਨੂੰ ਸ਼ੱਕ ਸੀ, ਉਹਨਾਂ ਨੂੰ ਫੜ ਲਿਆ, ਉਹਨਾਂ ਦੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਕਿ ਦੱਸੋ ਤੁਸੀਂ ਕਿਉਂ ਚੋਰੀ ਕਰਨ ਆਏ ਸੀ। ਭੂਮੀਏ ਨੂੰ ਪਤਾ ਲੱਗਿਆ ਮੇਰਾ ਕਰਕੇ ਕਿਸੇ ਗਰੀਬ ਤੇ ਜ਼ੁਲਮ ਹੁੰਦਾ ਪਿਆ ਹੈ। ਗੁਰੂ ਕਾ ਬਚਨ ਚੇਤੇ ਆ ਗਿਆ ਕਿ ਗਰੀਬ ਮਾਰ ਨਹੀਂ ਕਰਨੀ। ਆਪ ਰਾਜੇ ਦੇ ਦਰਬਾਰ 'ਚ ਪਹੁੰਚ ਗਿਆ, ਆਪ ਜਾ ਕੇ ਕਿਹਾ ਮੈਂ ਚੋਰੀ ਕੀਤੀ ਸੀ, ਇਹਨਾਂ ਨੂੰ ਛੱਡ ਦੇਵੋ, ਇਹਨਾਂ ਤੋਂ ਕਿਸੇ ਦਾ ਕੋਈ ਕਸੂਰ ਨਹੀਂ ਹੈ, ਜੋ ਸਜ਼ਾ ਦੇਣੀ ਹੈ ਮੈਨੂੰ ਦੇਵੋ। ਰਾਜਾ ਕਹਿਣ ਲੱਗਾ ਸਜ਼ਾ ਦੇਣੀ ਨਾ ਦੇਣੀ ਤਾਂ ਬਾਅਦ ਦੀ ਗੱਲ ਹੈ, ਪਹਿਲਾਂ ਇਹ ਤਾਂ ਦੱਸ ਕਿ ਤੂੰ ਅੰਦਰ ਤੱਕ ਪਹੁੰਚ ਕਿੱਦਾਂ ਗਿਆ, ਤੇ ਜੇ ਅੰਦਰ ਪਹੁੰਚ ਗਿਆ ਸੀ ਇੰਨੇ ਸਖਤ ਪਹਿਰੇ ਦੇ ਵਿੱਚ ਵੀ, ਤੇ ਫਿਰ ਮਾਲ ਲੈ ਕੇ ਕਿਉਂ ਨਾ ਗਿਆ, ਤੂੰ ਪੰਡ ਇੱਥੇ ਹੀ ਕਿਉਂ ਛੱਡ ਗਿਆ ਜਿਹੜੀ ਬੰਨੀ ਸੀ। ਇਹਨੇ ਫਿਰ ਸਾਰੀ ਗੱਲ ਦੱਸੀ ਕਿ ਮੇਰੇ ਗੁਰੂ ਦਾ ਉਪਦੇਸ਼ ਹੈ ਕਿ ਇੱਕ ਤੇ ਕਿਸੇ ਗਰੀਬ ਘਰ ਚੋਰੀ ਨਹੀਂ ਕਰਨੀ, ਮੈਂ ਤਾਂ ਤੁਹਾਡੇ ਕੋਲ ਆਇਆ। ਦੂਜੇ ਨੰਬਰ ਤੇ ਮੈਂ ਕੋਈ ਲੁਕ ਕੇ ਕੋਈ ਦੀਵਾਰ 'ਚ ਸੰਨ ਲਾ ਕੇ ਅੰਦਰ ਨਹੀਂ ਆਇਆ। ਉਹ ਸਾਹਮਣੇ ਪਹਿਰੇਦਾਰ ਨੂੰ ਪੁੱਛ ਲਵੋ, ਮੈਂ ਉਹਨੂੰ ਦੱਸ ਕੇ ਆਇਆ ਸਾਂ ਕਿ ਮੈਂ ਚੋਰੀ ਕਰਨ ਆਇਆ। ਪਹਿਰੇਦਾਰ ਨੂੰ ਸੱਦਿਆ ਗਿਆ, ਤੇਰੇ ਕੋਲੋਂ ਪੁੱਛਿਆ, ਤੈਨੂੰ ਦੱਸਿਆ ਸੀ ਇਹਨੇ ਅੰਦਰ ਆਉਂਦਿਆਂ ਕਿ ਮੈਂ ਚੋਰੀ ਕਰਨ ਚੱਲਿਆ। ਉਹ ਕਹਿਣ ਲੱਗਾ ਜੀ ਬਿਲਕੁਲ, ਇਹਨੇ ਕਿਹਾ ਸੀ ਮੈਂ ਚੋਰੀ ਕਰਨ ਚੱਲਿਆ, ਮੈਂ ਸੋਚਿਆ ਕੋਈ ਤੁਹਾਡਾ ਰਿਸ਼ਤੇਦਾਰ ਨੇੜੇ ਦਾ ਹੋਏਗਾ, ਜਾਣ ਦਿੱਤਾ ਕਿ ਕੋਈ ਚੋਰ ਥੋੜ੍ਹਾ ਚੋਰੀ ਕਰਨ ਦੇ ਲਈ ਕਹਿੰਦਾ। ਭੂਮੀਏ ਨੇ ਤੀਜੀ ਗੱਲ ਕਹੀ, ਮੈਂ ਸਮਾਨ ਤਾਂ ਸਾਰਾ ਬੰਨ ਲਿਆ, ਲੈ ਕੇ ਚਲੇ ਵੀ ਜਾਣਾ ਸੀ, ਪਰ ओखली 'ਚ ਪਿਆ ਹੋਇਆ ਨਮਕ ਤੇ ਨਮਕ ਵਾਲਾ ਪਦਾਰਥ ਮੂੰਹ ਨੂੰ ਲੱਗਿਆ, ਤੇ ਮੈਨੂੰ ਮੇਰੇ ਗੁਰੂ ਦਾ ਤੀਜਾ ਬਚਨ ਚੇਤੇ ਆ ਗਿਆ ਕਿ ਜਿਹਦੇ ਘਰੋਂ ਲੂਣ ਖਾਦਾ ਉੱਥੇ ਇੱਕ ਪਾਪ ਨਹੀਂ ਕਰਨਾ, ਤੇ ਮੈਂ ਸਾਰਾ ਕੁਝ ਛੱਡ ਕੇ ਚਲਾ ਗਿਆ। ਹੁਣ ਤੁਸੀਂ ਗਰੀਬਾਂ ਤੇ ਜ਼ੁਲਮ ਕਰ ਰਹੇ ਸੀ, ਮੇਰੇ ਗੁਰੂ ਦਾ ਹੁਕਮ ਤੇਰੇ ਕਰਕੇ ਗਰੀਬ ਮਾਰ ਨਹੀਂ ਹੋਣੀ ਚਾਹੀਦੀ, ਮੈਂ ਤੁਹਾਡੇ ਸਾਹਮਣੇ ਆ ਗਿਆ। ਜੇ ਰਾਜਾ ਬੜਾ ਪ੍ਰਭਾਵਿਤ ਹੋਇਆ ਕਿ ਕਮਾਲ ਹੈ ਇਹਦਾ ਗੁਰੂ, ਜਿਹੜੇ ਗੁਰੂ ਦੀਆਂ ਇਹਨੇ ਸਿੱਖਿਆਵਾਂ ਨੂੰ ਚੇਤੇ ਰੱਖਿਆ। ਰਾਜੇ ਨੇ ਇੱਕ ਤੇ ਪੁੱਛਿਆ ਤੂੰ ਕਿਹਦੇ ਕੋਲੋਂ ਇਹ ਸਿੱਖਿਆ ਲਈ? ਇਹਨੇ ਕਿਹਾ ਗੁਰੂ ਨਾਨਕ ਜੀ ਦੇ ਕੋਲੋਂ, ਧੰਨ ਗੁਰੂ ਨਾਨਕ ਸਾਹਿਬ ਦੇ ਕੋਲੋਂ। ਰਾਜੇ ਨੇ ਹੈ ਇਹ ਚੋਰ ਸੀ, ਪਰ ਚੋਰੀ ਕਰਦਿਆਂ ਵੀ ਜਿਵੇਂ ਇਹਨੇ ਈਮਾਨ ਵਰਤਿਆ ਉਹਦੇ ਤੋਂ ਇੰਨਾ ਖੁਸ਼ ਹੋਇਆ, ਕਹਿਣ ਲੱਗਾ ਮੈਂ ਅੱਜ ਤੋਂ ਤੈਨੂੰ ਇੰਨਾ ਧਨ ਦੇਵਾਂਗਾ, ਤੈਨੂੰ ਅੱਗੇ ਤੋਂ ਚੋਰੀ ਕਰਨ ਦੀ ਲੋੜ ਹੀ ਨਹੀਂ ਪਏਗੀ, ਮਾਲਾ ਮਾਲ ਕਰ ਦਿੱਤਾ। ਸੋ ਗੁਰੂ ਨੇ ਐਸਾ ਉਪਦੇਸ਼ ਦਿੱਤਾ ਕਿ ਕਰਮ ਕਰਦਿਆਂ ਕਰਦਿਆਂ ਹੀ ਜੀਵਨ ਬਦਲ ਗਿਆ। ਜਿਹੜੀ ਗੱਲ ਕਬੀਰ ਸਾਹਿਬ ਕਹਿ ਰਹੇ ਠੀਕ ਹੈ, ਕਹਿੰਦੇ ਜੇ ਤੇਰਾ ਲੁੱਟ ਮਾਰ ਕਰਨ ਦਾ ਸੁਭਾਅ ਬਣ ਗਿਆ ਹੈ, ਤੂੰ ਕਰ ਲੈ ਲੁੱਟ, ਖੁੱਲ੍ਹ ਦੇ ਦਿੰਦੇ ਆ ਤੂੰ ਕਰ ਲੈ ਲੁੱਟ, ਪਰ ਕਿਸੇ ਦੇ ਧਨ ਨੂੰ ਲੁੱਟਣ ਦੀ ਲੋੜ ਨਹੀਂ ਹੈ, ਕਿਸੇ ਦੇ ਪਦਾਰਥਾਂ ਨੂੰ ਲੁੱਟਣ ਦੀ ਖੁੱਲ੍ਹ ਨਹੀਂ ਹੈ, ਕਿਸੇ ਦੀ ਇੱਜ਼ਤ ਆਬਰੂ ਨੂੰ ਲੁੱਟਣ ਦੀ ਖੁੱਲ੍ਹ ਨਹੀਂ ਹੈ। ਉਹ ਕਹਿੰਦੇ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ। ਕਹਿੰਦੇ ਜੇ ਤੂੰ ਲੁੱਟਣਾ ਇਕੱਠਾ ਕਰਨਾ ਹੈ ਤੇ ਫਿਰ ਪਰਮਾਤਮਾ ਦਾ ਨਾਮ ਇਕੱਠਾ ਕਰ, ਆਪਣੇ ਸੁਭਾਅ ਮੁਤਾਬਕ ਲੁੱਟ ਲੈ, ਪਰ ਲੁੱਟ ਕੀ ਵਾਹਿਗੁਰੂ ਦਾ ਨਾਮ, ਪਰਮਾਤਮਾ ਦਾ ਨਾਮ। ਤੇ ਨਾਲ ਉਹ ਅਗਲੀ ਗੱਲ ਕਹਿੰਦੇ ਇਹ ਮੌਕਾ ਹੀ ਹੈ, ਜੇ ਮੌਕਾ ਹੱਥ 'ਚੋਂ ਲੰਘ ਗਿਆ ਸੋ ਲੰਘ ਗਿਆ। ਹਰ ਚੀਜ਼ ਦਾ ਇੱਕ ਵਕਤ, ਇੱਕ ਟਾਈਮ ਹੈ। ਜੇ ਆਪਾਂ ਪ੍ਰੋਪਰ ਟਾਈਮ 'ਤੇ ਉਹ ਕੰਮ ਕਰਦੇ ਹਾਂ ਤੇ ਅੱਗੇ ਉਹਦਾ ਲਾਭ ਮਿਲਦਾ। ਕਈ ਵਾਰ ਉਹ ਟਾਈਮ ਲੰਘ ਜਾਂਦਾ ਹੈ, ਫਿਰ ਬੰਦੇ ਕੋਲ ਸਿਵਾਏ ਪਛਤਾਵੇ ਤੋਂ ਪੱਲੇ ਕੁਝ ਨਹੀਂ ਰਹਿੰਦਾ ਹੈ। ਉਹ ਕਹਿੰਦੇ ਫਿਰ ਪਾਛੈ ਪਛਤਾਹੋਗੇ ਪ੍ਰਾਣ ਜਾਹੇਂਗੇ ਛੂਟ, ਫਿਰ ਬਾਅਦ 'ਚ ਤੈਨੂੰ ਪਛਤਾਉਣਾ ਪਵੇਗਾ। ਜਦੋਂ ਸਵਾਸ ਲੰਘ ਗਏ, ਸਵਾਸ ਮੁੱਕ ਗਏ, ਫਿਰ ਤੂੰ ਚਾਹਵੇਂਗਾ ਮੈਂ ਹੁਣ ਕਮਾ ਲਵਾਂ ਤੇ ਅੱਗੇ ਨੂੰ ਸਵਾਰ ਲਵਾਂ, ਪਰ ਜਦੋਂ ਉਹ ਸਮਾਂ ਸਰੀਰ ਦੇ ਸਵਾਸ ਨਿਕਲ ਗਏ ਤੇ ਫਿਰ ਤੇਰੇ ਕੋਲੋਂ ਕਮਾਇਆ ਕੋਈ ਨਹੀਂ ਜਾਣਾ। ਇਸ ਕਰਕੇ ਕਬੀਰ ਜੀ ਕਹਿੰਦੇ ਹੁਣੇ ਹੀ ਸੰਭਾਲ ਲੈ, ਲੁੱਟ ਲੈ, ਇਕੱਠਾ ਕਰ ਲੈ ਜਿੰਨਾ ਹੋ ਸਕਦਾ ਹੈ, ਪਰਮਾਤਮਾ ਦਾ ਨਾਮ, ਵਾਹਿਗੁਰੂ ਦੀ ਬੰਦਗੀ, ਇਬਾਦਤ ਰੂਪੀ ਧਨ। ਸਮਾਂ ਲੰਘਣ 'ਤੇ ਕੁਝ ਪੱਲੇ ਨਹੀਂ ਪੈਣਾ। ਬਾਣੀ 'ਚ ਇਸੇ ਕਰਕੇ ਗੁਰੂ ਨੇ ਵਾਰ-ਵਾਰ
ਸਾਨੂੰ ਸੁਚੇਤ ਕੀਤਾ। ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੀ ਜਾਪੈ ਸਾ ਆਵੈ ਕਿ ਨਾ ਆਵੈ ਰਾਮ। ਕੋਈ ਪਤਾ ਨਹੀਂ ਹੈ ਅਗਲੇ ਸਾਹ ਦਾ, ਕੀ ਭਰੋਸਾ। ਬੰਦਾ ਕੱਲ ਕੱਲ ਕਰਦਿਆਂ ਸਾਰਾ ਜੀਵਨ ਲੰਘਾ ਲੈਂਦਾ ਹੈ। ਔਰ ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਲਾ। ਅਸੀਂ ਤਾਂ ਸਾਡੀਆਂ ਪਲੈਨਿੰਗਾਂ ਕੁਝ ਹੋਰ ਹੁੰਦੀਆਂ ਨੇ, ਤੇ ਨਿਰੋਲ ਸਾਡੀ ਬਿਰਤੀ ਸੰਸਾਰੀ ਬਿਰਤੀ ਹੈ, ਜਿਸ ਕਰਕੇ ਸਾਡੀ ਸੋਚ, ਸਾਡੇ ਕਰਮ, ਸਾਡਾ ਸੁਭਾਅ, ਸਾਡਾ ਸਮੁੱਚਾ ਪਸਾਰਾ ਕੇਵਲ ਪਦਾਰਥ ਤੇ ਅਟਕਿਆ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਰ ਚਾਹਤ ਕਛ ਔਰ, ਔਰੈ ਕੀ ਔਰੈ ਭਈ। ਬੰਦਾ ਕੁਝ ਹੋਰ ਚਾਹੁੰਦਾ ਹੈ, ਬਣ ਇਹਦੇ ਨਾਲ ਹੋਰ ਦਾ ਕੁਝ ਹੋਰ ਜਾਂਦਾ ਹੈ। ਨਰ ਚਾਹਤ ਕਛ ਔਰ, ਔਰੈ ਕੀ ਔਰੈ ਪਈ। ਚਿਤਵਤ ਰਹੇ ਉਠ ਗੌਰ, ਨਾਨਕ ਫਾਸੀ ਗਲ ਪਰੀ। ਇਹ ਤਾਂ ਠੱਗੀਆਂ ਠੋਰੀਆਂ ਹੀ ਸੋਚਦਾ ਰਹਿੰਦਾ ਹੈ। ਪਤਾ ਹੀ ਇਹਨੂੰ ਉਦੋਂ ਲੱਗਦਾ ਹੈ ਜਦੋਂ ਮੌਤ ਦਾ ਫਾਹਾ ਆਣ ਇਹਦੇ ਗਲ 'ਚ ਪੈਂਦਾ ਹੈ, ਫਿਰ ਇਹ ਪਛਤਾਉਂਦਾ ਹੈ। ਕਿਉਂਕਿ ਪੱਲੇ ਨਾਮ ਧਨ ਦੀ ਪੂੰਜੀ ਕੋਈ ਨਹੀਂ ਹੈ, ਪੋਟਲੀ ਤਾਂ ਸਾਰੀ ਪਾਪਾਂ ਦੇ ਨਾਲ ਭਰੀ ਹੋਈ ਹੈ। ਤੇ ਫਿਰ ਪਛਤਾਉਂਦਾ ਹੈ ਕਿ ਸਮਾਂ ਲੰਘ ਗਿਆ, ਮੈਂ ਤੇ ਅਜੇ ਰੱਬ ਨੂੰ ਜਪਿਆ ਹੀ ਨਹੀਂ ਹੈ, ਮੈਂ ਤੇ ਅਜੇ ਭਗਤੀ ਨਹੀਂ ਕੀਤੀ ਹੈ। ਮਹਾਰਾਜ ਕਹਿੰਦੇ ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜੇ ਹੁਣ ਨਹੀਂ ਜਪੇਗਾ ਫਿਰ ਨਹੀਂ ਉਹ ਜਪ ਸਕਦਾ, ਅੰਤ ਆ ਜਾਏਗਾ ਤੇ ਉਦੋਂ ਕੋਈ ਨਹੀਂ ਜਪਿਆ ਜਾਣਾ। ਫਿਰ ਪਾਛੈ ਪਛਤਾਹੋਗੇ ਪ੍ਰਾਣ ਜਾਹੇਂਗੇ ਛੂਟ। ਕਬੀਰ ਸਾਹਿਬ ਕਹਿੰਦੇ ਜਦੋਂ ਪ੍ਰਾਣ ਖਤਮ ਹੋ ਗਏ ਫਿਰ ਸਵਾਏ ਪਛਤਾਵੇ ਤੋਂ ਪੱਲੇ ਕੁਝ ਨਹੀਂ ਰਹੇਗਾ। ਇਸ ਤੋਂ ਅਗਲੇ ਸ਼ਲੋਕ 'ਚ ਕਬੀਰ ਸਾਹਿਬ ਜੀ ਫਰਮਾਨ ਕਰਦੇ ਹਨ, ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ। ਇਹ ਦੋ ਸ਼ਲੋਕ ਹਨ ਇੱਕੋ ਜਿਹੇ ਭਾਵ ਵਾਲੇ। ਕਬੀਰ ਸਾਹਿਬ ਜੀ ਨੇ ਬਾਹਰ ਦੀ ਗੱਲ ਕਰਦਿਆਂ ਹੋਇਆ ਅੰਦਰ ਦੀ ਗੱਲ ਕੀਤੀ ਹੈ। ਔਰ ਬਹੁਤ ਬਾਣੀ ਦੇ ਬਚਨ ਐਸੇ ਹਨ ਜਿਹੜੇ ਬਾਹਰੋਂ ਪੜ੍ਹਨ ਨੂੰ ਕੁਝ ਹੋਰ ਲੱਗਦੇ ਹਨ, ਜਾਂ ਜਿਨ੍ਹਾਂ ਦੇ ਆਪਾਂ ਇੱਦਾਂ ਕਹਿ ਸਕਦੇ ਅੱਖਰੀ ਅਰਥ ਕੁਝ ਹੋਰ ਹਨ, ਵਿਚਲੇ ਭਾਵ ਅਰਥ ਕੁਝ ਹੋਰ ਹਨ। ਕਈ ਵਾਰ ਕੇਵਲ ਬਾਹਰ ਦੇ ਅੱਖਰੀ ਅਰਥ ਪੜ੍ਹਿਆਂ ਗੱਲ ਸਮਝ 'ਚ ਨਹੀਂ ਆਉਂਦੀ ਕਿ ਗੁਰੂ ਮਹਾਰਾਜ ਆਖਰ ਕਹਿਣਾ ਕੀ ਚਾਹੁੰਦੇ ਹਨ। ਉਹ ਗੁਰੂ ਕਾ ਉਪਦੇਸ਼ ਚੰਗੀ ਤਰ੍ਹਾਂ ਸਮਝਣ ਦੇ ਲਈ ਫਿਰ ਉਹਨਾਂ ਬਚਨਾਂ ਦੇ ਭਾਵ ਅਰਥਾਂ ਦੀ ਬਰੀਕੀ 'ਚ ਉਤਰਨਾ ਪੈਂਦਾ ਹੈ। ਫਿਰ ਜਾ ਕੇ ਪਤਾ ਲੱਗਦਾ ਕਿ ਗੁਰੂ ਨੇ ਕੀ ਉਪਦੇਸ਼ ਦਿੱਤਾ ਹੈ। ਕਬੀਰ ਸਾਹਿਬ ਕਹਿੰਦੇ ਵੇਖੋ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ। ਇੱਦਾਂ ਦਾ ਕੋਈ ਸੰਸਾਰ 'ਚ ਪੈਦਾ ਨਹੀਂ ਹੋਇਆ ਜਿਹੜਾ ਆਪਣੇ ਘਰ ਹੀ ਅੱਗ ਲਾਉਣ ਲੱਗ ਜਾਏ। ਹੁਣ ਘਰ ਨੂੰ ਅੱਗ ਲਾਉਣੀ ਜਾਂ ਘਰ 'ਚ ਅੱਗ ਲਾਉਣੀ, ਇਹ ਵੀ ਅਸਲ ਦੇ ਵਿੱਚ ਇਹਦੇ ਬਾਹਰੀ ਅਰਥ ਵੀ ਦੋ ਤਰ੍ਹਾਂ ਦੇ ਅਰਥ ਹਨ। ਇੱਕ ਤਾਂ ਅੱਗ ਲਗਾ ਕੇ ਘਰ ਨੂੰ, ਮਕਾਨ ਨੂੰ ਸਾੜ ਲੈਣਾ। ਇੱਕ ਜਿਹੜੀ ਆਪਾਂ ਅੱਗ ਲਾਉਣੀ ਸਾਡੀ ਪੰਜਾਬੀ ਭਾਸ਼ਾ ਦੀ ਕਹਾਵਤ ਹੈ, ਉਹ ਹੈ ਚੁਗਲੀ ਕਰਕੇ ਤੇ ਘਰ 'ਚ ਬਖੇੜਾ ਖੜਾ ਕਰ ਦੇਣਾ। ਲੋਕ ਬੜੇ ਦੂਜਿਆਂ ਦੇ ਘਰਾਂ 'ਚ ਅੱਗਾਂ ਲਾਉਂਦੇ ਨੇ ਐਵੇਂ ਬੇਮਤਲਬ ਦੀਆਂ ਚੁਗਲੀਆਂ ਕਰਕੇ, ਨਿੰਦਿਆ ਕਰਕੇ। ਕਾਰਨ ਕੀ ਹੈ? ਬੰਦਾ ਚਾਹੁੰਦਾ ਮੇਰੇ ਘਰ ਤਾਂ ਖੁਸ਼ਹਾਲੀ ਹਰ ਵਕਤ ਬਣੀ ਰਵੇ, ਪਰ ਦੂਜੇ ਗਵਾਂਢੀ ਦੇ ਘਰ ਖੁਸ਼ੀ ਨਾ ਹੋਵੇ, ਉਹਦੇ ਘਰ ਰੌਣਕ ਨਾ ਹੋਵੇ। ਦੂਜੇ ਦੇ ਸੁੱਖ ਨੂੰ ਵੇਖ ਕੇ ਇਹ ਬਰਦਾਸ਼ਤ ਨਹੀਂ ਕਰ ਪਾਉਂਦਾ, ਜਰ ਨਹੀਂ ਪਾਉਂਦਾ ਹੈ। ਦੂਜੇ ਦੇ ਘਰ ਜਾ ਜਾ ਕੇ ਬੜੀਆਂ ਅੱਗਾਂ ਲਾਉਂਦਾ ਹੈ, ਪਰ ਆਪਣੇ ਘਰ ਚਾਹੁੰਦਾ ਹੈ ਕਿ ਮੇਰੇ ਘਰ ਕੋਈ ਨਾ ਅੱਗ ਲਾਵੇ, ਮੇਰੇ ਘਰ ਕੋਈ ਇੱਦਾਂ ਦਾ ਮਾਹੌਲ ਨਾ ਬਣੇ। ਦੂਜੇ ਦੇ ਨਾਲ ਬੜੀ ਈਰਖਾ। ਤੇ ਕਬੀਰ ਸਾਹਿਬ ਕਹਿੰਦੇ ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੈ ਆਗ। ਕਹਿੰਦੇ ਇੱਦਾਂ ਦਾ ਕੋਈ ਪੈਦਾ ਨਹੀਂ ਜੇ ਹੋਇਆ ਜਿਹੜਾ ਆਪਣੇ ਘਰ ਹੀ ਅੱਗ ਲਾ ਲਵੇ। ਹੁਣ ਇੱਕ ਤੇ ਇਹਦੇ ਬਾਹਰੀ ਅਰਥ ਹੋ ਗਏ ਅੱਗ ਲਗਾਉਣੀ, ਅੱਗ ਲਗਾ ਕੇ ਸਾੜ ਦੇਣਾ, ਉਹ ਗੱਲ ਕਿ ਆਪਣੇ ਘਰ ਨੂੰ ਕੋਈ ਅੱਗ ਨਹੀਂ ਲਾਉਂਦਾ। ਇੱਕ ਇਹਦੇ ਦੂਜੇ ਅਰਥ ਹੋ ਗਏ ਕਿ ਇੱਕ ਚੁਗਲੀ ਕਰਕੇ, ਜਿਵੇਂ ਬੰਦਾ ਦੂਜਿਆਂ ਦੇ ਘਰ ਜਾ ਕੇ ਪਵਾੜੇ ਖੜੇ ਕਰਦਾ ਹੈ, ਆਪਣੇ ਘਰ ਉੱਦਾਂ ਦਾ ਨਹੀਂ ਕਰਦਾ। ਆਪਣੇ ਘਰ ਦਾ ਤੇ ਬੰਦਾ ਚਾਹੁੰਦਾ ਹੈ ਏਕਾ ਬਣਿਆ ਰਵੇ, ਰੌਣਕ ਬਣੀ ਰਵੇ, ਖੁਸ਼ਹਾਲੀ ਬਣੀ ਰਵੇ। ਇੱਥੇ ਹੁਣ ਕਬੀਰ ਸਾਹਿਬ ਇਹਦੇ ਇੱਕ ਤੀਜੇ ਅਰਥ ਕਰ ਰਹੇ ਹਨ। ਉਹ ਕਹਿੰਦੇ ਘਰ ਕਿਹੜਾ ਹੈ? ਆ ਸਾਡਾ ਕਾਇਆ ਰੂਪੀ, ਸਰੀਰ ਰੂਪੀ ਘਰ। ਤੇ ਇਹ ਜਿਹੜਾ ਸਰੀਰ ਰੂਪੀ ਘਰ ਹੈ,
ਬੰਦੇ ਦੀ ਬੜੀ ਆਪਣੇ ਆਪ ਦੇ ਨਾਲ ਮੋਹ ਦੀ ਬਹੁਤ ਜ਼ਿਆਦਾ ਪਕੜ ਹੈ, ਬੜਾ ਮੋਹ ਦੇ ਵਿੱਚ ਫਸਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਇਦਾਂ ਦਾ ਕੋਈ ਨਹੀਂ ਜੇ ਪੈਦਾ ਹੋਇਆ, ਜਾਂ ਬਹੁਤ ਘੱਟ ਕੋਈ ਵਿਰਲਾ ਹੋਏਗਾ ਜਿਹੜਾ ਆਪਣੇ ਘਰ ਲਾਵੇ ਆਗ, ਜਿਹੜਾ ਆਪਣੇ ਅੰਦਰ ਦੇ ਸਰੀਰ ਦੇ ਮੋਹ ਨੂੰ ਖਤਮ ਕਰ ਲਵੇ, ਸਰੀਰ ਦੀ ਆਪਣਤ ਨੂੰ ਖਤਮ ਕਰ ਲਵੇ। ਇਦਾਂ ਦਾ ਕੋਈ ਨਹੀਂ ਹੈ, ਜਾਂ ਬਹੁਤ ਘੱਟ ਕੋਈ ਵਿਰਲਾ ਕਹਿ ਲਵੋ। ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਪਹਿਲੀ ਗੱਲ ਉਹਨਾਂ ਕਹੀ ਕਿ ਇਦਾਂ ਦਾ ਕੋਈ ਨਹੀਂ ਜਿਹੜਾ ਆਪਣੇ ਘਰ ਅੱਗ ਲਾਵੇ, ਤੇ ਅੱਗ ਲਾ ਕੇ ਕਹਿੰਦੇ ਆਪਣੇ ਪੰਜੇ ਲੜਕੇ ਅੱਗ ਦੇ ਵਿੱਚ ਸਾੜ ਕੇ ਤੇ ਪਰਮਾਤਮਾ ਦੇ ਵਿੱਚ ਸੁਰਤ ਜੋੜ ਲਵੇ, ਇਦਾਂ ਦਾ ਕੋਈ ਨਹੀਂ ਹੈ। ਹੁਣ ਇੱਥੇ ਪਾਂਚੋਂ ਲੜਕਾ ਦੀ ਗੱਲ, ਜਿਹੜੀ ਪੰਜ ਲੜਕੇ ਸਾੜਨ ਵਾਲੀ ਗੱਲ ਹੈ, ਉਹਦਾ ਭਾਵ ਹੈ ਜਿਹੜੇ ਮਾਇਆ ਦੇ ਅੱਗੇ ਪੁੱਤ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹ ਪੰਜ ਜਿਹੜੇ ਹਨ ਜਿਨ੍ਹਾਂ ਨੂੰ ਬੰਦਾ ਆਪਣਾ ਹੀ ਸਮਝਦਾ ਹੈ, ਜਿਨ੍ਹਾਂ ਦੇ ਬਹੁਤ ਜ਼ਿਆਦਾ ਮੋਹ ਦੇ ਵਿੱਚ ਜੀਵ ਫਸਿਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਇਦਾਂ ਦਾ ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਆਪਣੇ ਅੰਦਰ ਦੀ ਆਪਣਤ ਨੂੰ, ਮੋਹ ਨੂੰ ਖਤਮ ਕਰੇ, ਤੇ ਜਿਹੜੇ ਅੰਦਰ ਪੰਜ ਕਾਮਾਦਿਕ ਵਿਕਾਰ ਹਨ ਉਹਨਾਂ ਨੂੰ ਖਤਮ ਕਰਕੇ ਰਹਿ ਰਾਮ ਲਿਵ ਲਾਗ, ਪਰਮਾਤਮਾ 'ਚ ਆਪਣੀ ਲਿਵ ਨੂੰ ਜੋੜ ਲਵੇ। ਇਦਾਂ ਦਾ ਕੋਈ ਵਿਰਲਾ ਹੀ ਹੈ, ਨਹੀਂ ਤੇ ਬੰਦੇ ਦਾ ਧਿਆਨ ਕਿੱਧਰ ਜੁੜਿਆ ਹੈ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ 'ਚ, ਜਾਂ ਹਰ ਵਕਤ ਮਨ 'ਚ ਵਾਸ਼ਨਾਵਾਂ ਭੜਕਦੀਆਂ ਨੇ, ਜਾਂ ਪਦਾਰਥਾਂ ਦਾ ਲਾਲਚ ਹੈ, ਜਾਂ ਘਰ ਪਰਿਵਾਰ ਆਪਣੇ ਆਪ ਦਾ ਮੋਹ ਹੈ, ਜਾਂ ਇਹ ਕਿਸੇ ਨਾ ਕਿਸੇ ਚੀਜ਼ ਦੇ ਹੰਕਾਰ ਦੇ ਵਿੱਚ, ਹਉਮੈ ਦੇ ਵਿੱਚ ਜਿਉਂਦਾ ਪਿਆ ਹੈ। ਬਹੁਤ ਘੱਟ ਹਨ, ਕੋਈ ਨਾ ਮਾਤਰ ਜਿਹੜਾ ਆਪਣੇ ਅੰਦਰੋਂ ਇਹਨਾਂ ਵਿਕਾਰਾਂ ਨੂੰ, ਮੋਹ ਆਦਿਕ ਨੂੰ ਖਤਮ ਕਰਕੇ ਆਪਣੀ ਸੁਰਤ ਨੂੰ ਪਰਮਾਤਮਾ 'ਚ ਜੋੜ ਲੈਂਦਾ। ਇਦਾਂ ਦਾ ਕੋਈ ਵਿਰਲਾ ਹੀ ਹੈ। ਅੱਗੇ ਇਸੇ ਸ਼ਲੋਕ ਦੇ ਨਾਲ ਰਲਦੀ ਮਿਲਦੀ ਵਿਚਾਰ ਕਹਿੰਦੇ ਹੋਏ ਕਬੀਰ ਸਾਹਿਬ 43 ਨੰਬਰ ਸ਼ਲੋਕ 'ਚ ਫਰਮਾਨ ਕਰਦੇ ਹਨ। ਕਹਿੰਦੇ ਕੋ ਹੈ ਲੜਕਾ ਵੇਚਈ, ਲੜਕੀ ਵੇਚੈ ਕੋਏ। ਲੜਕਾ ਦਾ ਭਾਵ ਹੈ ਲੜਕੇ, ਜਿਨ੍ਹਾਂ ਦੀ ਗੱਲ ਪਿੱਛੇ ਵੀ ਆਈ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਮਾਇਆ ਦੇ ਪੁੱਤ, ਇਹ ਪੰਜ ਵਿਕਾਰ। ਤੇ ਲੜਕੀ ਦਾ ਭਾਵ ਹੈ ਈਰਖਾ, ਤ੍ਰਿਸ਼ਨਾ, ਆਸਾ, ਇਹ ਜਿਹੜੀਆਂ ਇਸਤਰੀਵਾਚਕ ਬਿਰਤੀਆਂ ਹਨ। ਪਰਮਾਤਮਾ ਦੇ ਨਾਮ ਦੀ ਪੂੰਜੀ ਵਿਹਾਜਣ ਦੇ ਲਈ, ਨਾਮ ਰੂਪੀ ਸੌਦੇ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਨੂੰ ਛੱਡਣਾ ਪੈਂਦਾ ਹੈ। ਕਬੀਰ ਸਾਹਿਬ ਜੀ ਦੇ ਕੋਲ ਬੜੇ ਲੋਕ ਆਉਂਦੇ ਸਨ, ਕਿਉਂਕਿ ਕਬੀਰ ਸਾਹਿਬ ਭਾਵੇਂ ਗਰੀਬ ਨੇ ਪਰ ਵਾਹਿਗੁਰੂ ਦੀ ਭਗਤੀ ਦੀ ਕਮਾਈ ਐਸੀ ਕੀਤੀ ਕਿ ਸਾਰੇ ਪਾਸੇ ਕਬੀਰ ਸਾਹਿਬ ਦੀ ਮਹਿਮਾ ਵਡਿਆਈ ਹੋਈ। ਤੇ ਬਹੁਤ ਲੋਕ ਅਮੀਰ, ਧਨੀ, ਧਨਵਾਨ ਲੋਕ ਆਉਂਦੇ ਹਨ ਕਬੀਰ ਜੀ ਦੇ ਕੋਲ, ਜੀ ਕਬੀਰ ਜੀ ਸਾਡੀ ਅਵਸਥਾ ਵੀ ਆਪਣੇ ਵਰਗੀ ਬਣਾ ਦੇਵੋ, ਪੈਸੇ ਜਿੰਨੇ ਕਹੋ। ਕਿਉਂਕਿ ਬੰਦਾ ਮਾਇਆਧਾਰੀ ਮਨੁੱਖ ਸੋਚਦਾ ਮੈਂ ਹਰ ਚੀਜ਼ ਪੈਸੇ ਦੇ ਨਾਲ ਖਰੀਦ ਸਕਦਾ ਹਾਂ, ਹਾਲਾਂਕਿ ਖਰੀਦੀ ਨਹੀਂ ਜਾ ਸਕਦੀ ਹਰ ਚੀਜ਼ ਪੈਸੇ ਦੇ ਨਾਲ। ਪਰ ਮਾਇਆਧਾਰੀ ਮਨੁੱਖ ਦੀ ਸੋਚ ਤਾਂ ਆਖਰ ਇਹੀ ਹੁੰਦੀ ਹੈ ਕਿ ਮੈਂ ਪੈਸੇ ਦੇ ਨਾਲ ਹਰ ਚੀਜ਼ ਖਰੀਦ ਲਵਾਂ। ਹੁਣ ਪੈਸੇ ਦੇ ਨਾਲ ਵੇਖੋ ਬੰਦਾ ਵਧੀਆ ਵਧੀਆ ਕਿਤਾਬਾਂ ਖਰੀਦ ਕੇ ਲਿਆ ਸਕਦਾ ਹੈ, ਖਰੀਦ ਕੇ ਲਿਆਂਦੀਆਂ ਘਰ ਰੱਖ ਲਈਆਂ, ਗਿਆਨ ਥੋੜ੍ਹਾ ਮਿਲ ਜਾਂਦਾ ਹੈ। ਗਿਆਨ ਤਾਂ ਆਖਰ ਮਿਹਨਤ ਕਰਨੀ ਪੈਂਦੀ ਹੈ, ਪੜ੍ਹਨਾ ਪੈਂਦਾ ਹੈ, ਫਿਰ ਬੰਦਾ ਗਿਆਨ ਹਾਸਲ ਕਰਦਾ ਹੈ। ਬੰਦਾ ਵਧੀਆ ਤੋਂ ਵਧੀਆ ਦਵਾਈਆਂ ਖਰੀਦ ਕੇ ਲਿਆ ਸਕਦਾ ਹੈ ਪੈਸੇ ਦੇ ਨਾਲ, ਤੰਦਰੁਸਤੀ ਖਰੀਦੀ ਨਹੀਂ ਜਾ ਸਕਦੀ ਹੈ। ਵਧੀਆ ਤੋਂ ਵਧੀਆ ਘਰ ਦਾ ਫਰਨੀਚਰ, ਬੈੱਡ, ਡਬਲ ਬੈੱਡ ਬੰਦਾ ਖਰੀਦ ਕੇ ਸੌਣ ਦੇ ਲਈ ਸੋਹਣੇ ਸੋਹਣੇ ਆਸਣ ਖਰੀਦ ਕੇ ਲਿਆ ਸਕਦਾ ਹੈ, ਪਰ ਨੀਂਦਰ ਖਰੀਦੀ ਨਹੀਂ ਜਾ ਸਕਦੀ ਹੈ। ਪਰ ਮਾਇਆਧਾਰੀ ਸੋਚਦਾ ਮੈਂ ਪੈਸੇ ਦੇ ਨਾਲ ਸਭ ਕੁਝ ਖਰੀਦ ਸਕਦਾ। ਕਬੀਰ ਸਾਹਿਬ ਜੀ ਦੇ ਕੋਲ ਆਉਂਦੇ ਨੇ ਮਾਇਆਧਾਰੀ, ਕਬੀਰ ਜੀ ਜਿੱਦਾਂ ਦੀ ਤੁਹਾਡੀ ਬਿਰਤੀ ਹੈ ਇੱਦਾਂ ਦੀ ਸਾਡੀ ਬਿਰਤੀ ਬਣਾ ਦੇਵੋ। ਜਿਵੇਂ ਤੁਸੀਂ ਰੱਬ ਦੇ ਨਾਲ ਜੁੜ ਗਏ, ਰੱਬ ਤੁਹਾਡਾ ਹੀ ਬਣ ਗਿਆ, ਰਾਮ ਕਬੀਰਾ ਏਕ ਭਇਓ ਹੈ, ਇਸੇ ਤਰ੍ਹਾਂ ਤੁਸੀਂ ਸਾਡੇ ਵੱਲ ਜੀਵਨ ਦੇ ਵਿੱਚ ਵੀ ਇੱਦਾਂ ਦੀ ਖੇਡ ਵਰਤਾ ਦੇਵੋ। ਪੈਸੇ ਜਿੰਨੇ ਕਹੋ ਓਨੇ ਮਿਲ ਜਾਣਗੇ, ਅਸੀਂ ਦੇ ਸੋਨਾ ਚਾਂਦੀ ਜਿੰਨਾ ਕਹੋ ਦੇ ਦਿੰਦੇ ਹਾਂ। ਤੇ ਅੱਗੋਂ ਫਿਰ ਕਬੀਰ ਸਾਹਿਬ ਮੁਸਕਰਾ ਕੇ ਕਹਿੰਦੇ ਭਾਈ
ਸੌਦਾ ਤੁਸੀਂ ਖਰੀਦਣ ਦੇ ਲਈ ਆਏ ਹੋ, ਧਨ ਹੋ, ਆਖਰ ਤੁਹਾਡੇ ਮਨ 'ਚ ਧਰਮ ਦੀ ਪ੍ਰਾਪਤੀ ਦੀ ਸੋਚ ਤਾਂ ਬਣੀ ਹੈ, ਪਰ ਜਿਹੜੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਖਰੀਦਣਾ ਚਾਹੁੰਦੇ ਜੇ, ਇਹ ਸੌਦਾ ਉੱਦਾਂ ਮਿਲਣ ਵਾਲਾ ਨਹੀਂ ਹੈ। ਪੈਸੇ ਦੇ ਨਾਲ ਜੇ ਧਰਮ ਖਰੀਦਿਆ ਜਾ ਸਕਦਾ ਹੁੰਦਾ ਤੇ ਫਿਰ ਤੇ ਇਹ ਧਰਮ ਵੀ ਅਮੀਰੀਆਂ ਦੀ ਤਜੋਰੀ ਦੇ ਵਿੱਚ ਹੋਣਾ ਸੀ। ਪੈਸੇ ਦੇ ਨਾਲ ਰੱਬ ਖਰੀਦਿਆ ਜਾ ਸਕਦਾ ਤੇ ਫਿਰ ਰੱਬ ਵੀ ਅਮੀਰਾਂ ਦੀ ਤਜੋਰੀ 'ਚ ਹੋਣਾ ਸੀ। ਫਿਰ ਜੀ ਕਿੱਦਾਂ ਰੱਬ ਮਿਲ ਸਕਦਾ ਹੈ? ਉਹ ਕਹਿੰਦੇ ਪਰਮਾਤਮਾ ਨੂੰ, ਅਕਾਲ ਪੁਰਖ ਨੂੰ ਪਾਉਣ ਦੇ ਲਈ ਮਨ ਭੇਟ ਕਰਨਾ ਪੈਂਦਾ ਹੈ, ਮਨ ਮਾਰਨਾ ਪੈਂਦਾ ਹੈ, ਮਨ ਦੀਆਂ ਵਾਸ਼ਨਾਵਾਂ ਨੂੰ ਮਾਰਨਾ ਪੈਂਦਾ, ਮਨ 'ਚ ਬੈਠਿਆਂ ਵਿਕਾਰਾਂ ਨੂੰ ਮਾਰਨਾ ਪੈਂਦਾ ਹੈ, ਫਿਰ ਜਾ ਕੇ ਰੱਬ ਮਿਲਦਾ। ਇਹ ਘਾਲਣਾ ਹੈ। ਉਹਨਾਂ ਦੇ ਬਚਨ ਕਹਿੰਦੇ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਉਹਨੂੰ ਭੇਟ ਕਰਨਾ ਪੈਂਦਾ। ਤੇ ਵੇਖੋ ਧਨ ਭੇਟ ਕਰਨਾ ਸੌਖਾ ਹੈ, ਮਨ ਭੇਟ ਕਰਨਾ ਬੜਾ ਔਖਾ ਜੇ। ਮਨ ਬੰਦਾ ਭੇਟ ਨਹੀਂ ਕਰ ਸਕਦਾ, ਤੇ ਮਨ ਨੂੰ ਤੇ ਕਿਸੇ ਵਿਰਲੇ ਨਹੀਂ ਭੇਟ ਕੀਤਾ, ਤੇ ਜਿਹਨੇ ਮਨ ਭੇਟ ਕਰ ਦਿੱਤਾ ਉਹ ਤਾਂ ਫਿਰ ਮਾਲਕ ਦਾ ਰੂਪ ਹੀ ਬਣ ਗਿਆ, ਮਾਲਕ ਦਾ ਰੂਪ ਹੀ। ਕਬੀਰ ਸਾਹਿਬ ਕਹਿੰਦੇ ਹੁਣ ਇਹ ਜਿਹੜੀ ਅਵਸਥਾ ਹੈ ਅੰਦਰ ਦੀ ਉੱਚੀ ਆਤਮਕ ਅਧਿਆਤਮਕ ਅਵਸਥਾ, ਹਰ ਵਕਤ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੀ ਰਹਿਣ ਵਾਲੀ ਜਿਹੜੀ ਬਿਰਤੀ ਹੈ, ਜੇ ਇਹ ਹਾਸਲ ਕਰਨੀ ਹੈ ਉਹਦੇ ਲਈ ਲੜਕੇ ਵੀ ਵੇਚਣੇ ਪੈਣਗੇ, ਉਹਦੇ ਲਈ ਲੜਕੀਆਂ ਵੀ ਵੇਚਣੀਆਂ ਪੈਣਗੀਆਂ, ਧੀਆਂ ਪੁੱਤਰ ਆਪਣੇ ਸਾਰੇ ਵੇਚਣੇ ਪੈਣਗੇ। ਹੁਣ ਉਹ ਧੀਆਂ ਪੁੱਤਰ ਲੜਕੇ ਲੜਕੀਆਂ ਦਾ ਭਾਵ ਕੀ ਹੈ? ਜਿਹੜੇ ਅੰਦਰ ਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ, ਇਹ ਜਿਹੜੀ ਬਿਰਤੀ ਹੈ ਉਹ ਕਹਿੰਦੇ ਇਹ ਛੱਡਣੀ ਪਏਗੀ, ਫਿਰ ਜਾ ਕੇ ਰੱਬ ਜੀ ਦੇ ਨਾਲ ਲਿਵ ਜੁੜ ਸਕਦੀ ਹੈ। ਤੇ ਇਹ ਐਸਾ ਕਰਨ ਵਾਲਾ ਉਹ ਕਹਿੰਦੇ ਕੋਈ ਵਿਰਲਾ ਹੀ ਹੁੰਦਾ ਹੈ। ਕੋਹੈ ਲੜਕਾ ਵੇਚਈ ਲੜਕੀ ਵੇਚੈ ਕੋਏ, ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬਣਜ ਕਰੇ। ਕਬੀਰ ਸਾਹਿਬ ਕਹਿੰਦੇ ਉਹ ਆ ਕੇ ਸਾਡੇ ਨਾਲ ਭਾਈ ਵਾਲੀ ਪਾਵੇ, ਉਹ ਆ ਕੇ ਸਾਡੇ ਕੋਲੋਂ ਰੱਬ ਦੇ ਨਾਮ ਦੀ ਦਾਤ ਮੰਗੇ ਜਾਂ ਰੱਬ ਦੇ ਨਾਲ ਜੁੜਨ ਦੀ ਗੱਲ ਕਰੇ, ਜਿਹਨੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਤ੍ਰਿਸ਼ਨਾ ਇਹ ਵੇਚ ਦਿੱਤੀਆਂ, ਇਹ ਕੱਢ ਦਿੱਤੀਆਂ ਨੇ, ਉਹਦੀ ਸਾਡੇ ਨਾਲ ਭਾਈ ਵਾਲੀ ਬਣ ਸਕਦੀ ਹੈ। ਤੇ ਹਰ ਸੰਗ ਬਣਜ ਕਰੇ, ਉਹ ਫਿਰ ਸਾਡੇ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਦਾ ਵਪਾਰੀ ਤੇ ਸੱਤ ਦਾ ਸੰਗੀ ਬਣ ਸਕਦਾ ਹੈ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ। ਉਹ ਕਹਿੰਦੇ ਹੈ ਭਾਈ ਤੈਨੂੰ ਯਾਦ ਕਰਵਾ ਦਈਏ, ਮਤਾਂ ਤੇਰੇ ਮਨ 'ਚ ਕੋਈ ਭੁਲੇਖਾ ਰਹਿ ਜਾਏ। ਤੂੰ ਜੋ ਭੋਗ ਰਿਹਾ ਹੈ ਇਹ ਤੇਰਾ ਆਪਣਾ ਕਮਾਇਆ ਹੋਇਆ ਹੈ, ਇਹ ਚੰਗੀ ਤਰ੍ਹਾਂ ਸਮਝ ਲੈ, ਚੰਗੀ ਤਰ੍ਹਾਂ ਸਮਝ ਲੈ। ਜੋ ਤੂੰ ਭੋਗ ਰਿਹਾ, ਜੇ ਕੋਈ ਸੁੱਖ ਭੋਗ ਰਿਹਾ ਹੈ ਤੇ ਉਹ ਆਪਣਾ ਹੀ ਬੀਜਿਆ ਹੋਇਆ ਹੈ, ਅਸੀਂ ਵੱਢਦੇ ਪਏ ਹਾਂ। ਜੇ ਆਪਾਂ ਦੁੱਖ ਭੋਗਦੇ ਪਏ ਹਾਂ ਤੇ ਉਹ ਵੀ ਸਾਡੇ ਆਪਣੇ ਹੀ ਬੀਜੇ ਹੋਏ ਹਨ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੈ ਤਿੰਨ ਕੋ ਗੁੜ ਲੈ ਖਾਏ। ਕਹਿੰਦੇ ਜਿਹੜਾ ਅੱਜ ਅਸੀਂ ਮਿੱਠਾ ਖਾਂਦੇ ਪਏ ਹਾਂ, ਸੁੱਖ ਭੋਗਦੇ ਪਏ ਹਾਂ, ਉਹ ਜੋ ਅਸੀਂ ਪਿੱਛੇ ਕਰਮ ਕਮਾਏ ਨੇ ਉਹਨਾਂ ਕਰਮਾਂ ਦਾ ਫਲ ਅੱਜ ਮਿਲਦਾ ਪਿਆ। ਜਿਹਨੇ ਅੰਮ੍ਰਿਤ ਬੀਜਿਆ ਉਹ ਅੰਮ੍ਰਿਤ ਭੋਗਦਾ ਪਿਆ ਹੈ, ਜਿਹਨੇ ਬਿਖ ਬੀਜੀ ਉਹ ਬਿਖ ਖਾਂਦਾ ਭੋਗਦਾ ਪਿਆ ਹੈ। ਤੇ ਜੋ ਜੋ ਅੱਜ ਕਮਾਵਾਂਗੇ ਇਹਦਾ ਫਲ ਫਿਰ ਇਸੇ ਤਰ੍ਹਾਂ ਅੱਗੇ ਲਗਾਤਾਰ ਸਾਡੀ ਝੋਲੀ 'ਚ ਪੈਂਦਾ ਜਾਵੇਗਾ। ਇਸ ਸਲੋਕ ਰਾਹੀਂ ਕਬੀਰ ਸਾਹਿਬ ਕਹਿੰਦੇ ਸੁਚੇਤ ਹੋ, ਕਰਮਾਂ ਪ੍ਰਤੀ ਸੁਚੇਤ ਹੋ, ਕਿਉਂਕਿ ਤੇਰੇ ਕਰਮ ਤੇਰੇ ਲਈ ਤੇਰਾ ਆਉਣ ਵਾਲਾ ਭਵਿੱਖ ਤੈਅ ਕਰਦੇ ਹਨ। ਫਿਊਚਰ ਸਾਡੇ ਕਰਮ ਤੈਅ ਕਰਦੇ ਹਨ। ਤੇ ਜਿੱਦਾਂ ਦੇ ਆਪਾਂ ਕਰਮ ਕਮਾਉਂਦੇ ਹਾਂ, ਜਿਹਾ ਬੀਜਾ ਸੋ ਲੁਣਾ, ਕਰਮਾਂ ਸੰਧੜਾ ਖੇਤ। ਆਪਾਂ ਸਾਰੇ ਹੀ ਚਾਹੁੰਦੇ ਸਾਡਾ ਅੱਜ ਵੀ ਸੁੱਖ ਭਰਪੂਰ ਹੋਵੇ ਤੇ ਸਾਡਾ ਆਉਣ ਵਾਲਾ ਸਮਾਂ ਵੀ ਬੜਿਆਂ ਸੁੱਖਾਂ ਵਾਲਾ ਆਨੰਦ ਵਾਲਾ ਖੇੜੇ ਵਾਲਾ ਹੋਵੇ। ਤੇ ਜੇ ਚਾਹੁੰਦੇ ਹਾਂ ਸਾਡਾ ਕੱਲ੍ਹ ਸੁੱਖ ਭਰਪੂਰ ਹੋਵੇ, ਉਹਦੇ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਅੱਜ ਚੰਗੇ ਕਰਮ ਕਰੀਏ, ਉੱਤਮ ਕਰਮ ਕਰੀਏ, ਨੇਕ ਕਰਮ ਕਰੀਏ। ਜਿਹੜੇ ਮਾਰਗ 'ਤੇ ਗੁਰੂ ਨੇ ਸਾਨੂੰ ਤੋਰਿਆ ਹੈ ਉਹ ਗੁਰਮਤਿ ਦੇ ਮਾਰਗ 'ਤੇ ਸੱਚ ਦੇ ਰਾਹ 'ਤੇ ਤੁਰੀਏ, ਤਾਂ ਕਿ ਸਾਡਾ ਲੋਕ ਤੇ ਪਰਲੋਕ ਦੋਵੇਂ ਸੁਖੀਏ ਸੁਹੇਲੇ ਬਣਨ। ਆਗੈ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ
ਫਿਰ ਡੋਲਤ ਕਤਹੂ ਨਾਹੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਨਾ ਚਤਾਰਨੀਆਂ। ਕੱਲ੍ਹ ਨੂੰ ਅੱਸੂ ਮਹੀਨੇ ਦੀ ਆਰੰਭਤਾ ਸੰਗਰਾਂਦ ਦਾ ਦਿਨ ਹੈ, ਸੋ ਉਸੇ ਸੰਬੰਧੀ ਸ਼ਾਮ ਦੇ ਦੀਵਾਨ ਸੱਜਣਗੇ ਔਰ 12 ਮਹਾਬਾਣੀ ਦੀ ਵਿਚਾਰ ਦੀ ਆਪਾਂ ਸਾਂਝ ਪਾਵਾਂਗੇ। ਸੋ ਆਪ ਜੀ ਨੇ ਆਪ ਵੀ ਜੁੜਨਾ, ਹੋਰ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਘਰ ਦੇ ਨਾਲ, ਗੁਰੂ ਚਰਨਾਂ ਦੇ ਨਾਲ ਜੋੜੋ। ਸਭ ਨੂੰ ਸਤਿਗੁਰੂ ਜੀ ਦੀਆਂ ਖੁਸ਼ੀਆਂ ਮਿਲਣ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।